Hello dear students, welcome back to my YouTube channel. So let's discuss next unit number 9th, which is kinetic theory of gas. So बच्चे 11th क्लास ਦਾ जो नेक्स्ट यूनिट ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਸੋ ਬੱਚੇ ਇਹ ਵਾਲਾ ਜੋ ਯੂਨਿਟ ਆ ਤੁਹਾਡੇ ਐਗਜ਼ਾਮ ਦੇ ਅੰਦਰ 1 ਜਾਂ 2 ਮਾਰਕਸ ਦੇ ਕੁਐਸਚਨ ਇਹਦੇ ਵਿੱਚੋਂ ਪੁੱਛੇ ਜਾ ਸਕਦੇ ਆ ਔਰ ਲੌਂਗ ਕੁਐਸਚਨ ਜਿਹੜਾ ਇਸ ਯੂਨਿਟ ਦੇ ਅੰਦਰੋਂ ਨਹੀਂ ਬਣਦਾ, ਜਾਂ 1 ਮਾਰਕਸ ਦਾ ਕੁਐਸਚਨ ਆਏਗਾ ਜਾਂ ਫਿਰ 2 ਮਾਰਕਸ ਦਾ ਕੁਐਸਚਨ ਆਏਗਾ। ਸੋ ਛੋਟੀਆਂ ਛੋਟੀਆਂ ਡੈਫੀਨੇਸ਼ਨਸ ਆ, ਸੋ ਜਿਹੜੀਆਂ ਡੈਰੀਵੇਸ਼ਨਸ ਵੀ ਆ ਉਹ ਵੀ ਰਾਜੇ ਬਹੁਤ ਅਸੀਂ ਸ਼ਾਰਟ ਦੇ ਵਿੱਚ ਕਰਾਂਗੇ ਕਿ 2 ਮਾਰਕਸ ਦੀ ਡੈਰੀਵੇਸ਼ਨ ਆ ਸਕਦੀ ਆ। ਸੋ ਸਭ ਤੋਂ ਪਹਿਲਾਂ ਬੱਚੇ ਡੈਫੀਨੇਸ਼ਨ ਕਰਦੇ ਆ ਆਈਡੀਅਲ ਗੈਸ ਇਕੁਏਸ਼ਨ। ਸੋ ਆਈਡੀਅਲ ਗੈਸ ਇਕੁਏਸ਼ਨ ਕੀ ਆ? ਅ ਗੈਸ ਵਿਚ ਸੈਟਿਸਫਾਈਡ all the assumptions of the kinetic theory and obeys the gas law। gas law ਨੂੰ ਜਿੰਨੇ ਵੀ ਜਿਹੜੀ ਆ ਸੈਟਿਸਫਾਈ ਕਰਦੀ ਹੋਵੇ ਉਹਦੀ assumptions ਔਰ kinetic theory ਨੂੰ। ਸੋ ਦੋਨਾਂ ਨੂੰ ਜਿਹੜੀ ਆ ਕੋਈ ਵੀ ਗੈਸ ਆ ਉਹ ਦੋਨੋਂ ਲॉज ਨੂੰ ਓਬੇ ਕਰਦੀ ਹੋਵੇ ਉਹਨੂੰ ਅਸੀਂ ਕਹਿੰਦੇ ਆ ਆਈਡੀਅਲ ਗੈਸ। ਹੁਣ ਬੱਚੇ ਕੁਐਸਚਨ ਇਹ ਆ ਕਿ ਗੈਸ ਲॉज ਕੀ ਆ, ਕੈਨੇਟਿਕ ਥਿਓਰੀ ਕੀ ਆ। ਸੋ ਅਸੀਂ ਉਹਨਾਂ ਦੇ ਬਾਰੇ ਪੜਾਂਗੇ ਕਿ ਗੈਸ ਲਾਅ ਕੀ ਆ। ਉਸ ਤੋਂ ਪਹਿਲਾਂ ਅਸੀਂ ਪੜਾਂਗੇ ਡੈਫੀਨੇਸ਼ਨ ਪਰਫੈਕਟ ਗੈਸ ਇਕੁਏਸ਼ਨ। ਸੋ ਕਿਹੜੀ ਗੈਸ ਇਕੁਏਸ਼ਨ ਹੁੰਦੀ ਆ? A relation between the pressure, volume, temperature of an ideal gas is called an ideal gas equation। ਸੋ ਬੱਚੇ ਤੁਸੀਂ ਇਹਨੂੰ ਕੈਮਿਸਟਰੀ ਦੇ ਅੰਦਰ ਵੀ ਕੀਤਾ ਹੋਏਗਾ। ਸੋ ਇਹਨੂੰ ਲਿਖਿਆ ਕਿੱਦਾਂ ਜਾਂਦਾ ਆ? PV divided by T is equals to constant। ਬੱਚੇ ਮੇਰੇ ਕੰਪਿਊਟਰ ਦੇ ਵਿੱਚ ਟਾਈਪ ਕਰਨ 'ਚ ਇਸ ਤਰੀਕੇ ਨਾਲ ਸੀ, ਬਟ ਤੁਸੀਂ ਇਸ ਤਰੀਕੇ ਨਾਲ ਲਿਖਣਾ ਆ PV ਡਿਵਾਈਡਡ ਬਾਈ T। ਠੀਕ ਹੈ ਜੀ। ਸੋ T ਨੂੰ ਦੂਸਰੀ ਤਰਫ ਲੈ ਗਏ ਤਾਂ ਸਾਡੇ ਕੋਲ ਆ ਗਿਆ PV ਇਜ਼ ਇਕੁਅਲਸ ਟੂ T ਕੌਨਸਟੈਂਟ। ਹੁਣ ਆ ਕੌਨਸਟੈਂਟ ਦੀ ਜਗ੍ਹਾ 'ਤੇ ਅਸੀਂ ਕੀ ਲਿਖਣ ਲੱਗਿਆ? NR। N ਮਤਲਬ ਨੰਬਰ ਆਫ ਮੋਲਸ ਹੋ ਸਕਦੇ ਆ। R ਜਿਹੜਾ ਆ ਤੁਹਾਡਾ ਬੱਚੇ ਯੂਨੀਵਰਸਲ ਗੈਸ ਕੌਨਸਟੈਂਟ ਆ। ਸੋ R ਲਿਖ ਦਿੱਤਾ, T ਦੀ ਜਗ੍ਹਾ 'ਤੇ T। ਸੋ ਇਕੁਏਸ਼ਨ ਬਣ ਗਈ ਸਾਡੀ PV ਇਜ਼ ਇਕੁਅਲਸ ਟੂ NRT। ਸੋ ਦਿਸ ਇਜ਼ ਅ ਇੰਪੋਰਟੈਂਟ ਇਕੁਏਸ਼ਨ ਜਿਹੜੀ ਕਿ ਪੂਰੇ ਚੈਪਟਰ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਰਿਪੀਟ ਹੋਏਗਾ। ਹੇਅਰ N ਇਜ਼ ਅ ਨੰਬਰ ਆਫ ਮੋਲਸ। N ਕੀ ਆ ਬੱਚੇ ਦਾ ਨੰਬਰ ਆਫ ਮੋਲਸ, R ਕੀ ਆ ਯੂਨੀਵਰਸਲ ਗੈਸ ਕੌਨਸਟੈਂਟ, ਜਿਹਦੀ ਵੈਲਿਊ ਕਿੰਨੀ ਹੁੰਦੀ ਆ 8.31 ਜੂਲ ਪਰ ਮੋਲ ਪਰ ਕੈਲਵਿਨ। ਕਲੀਅਰ ਹੋ ਗਿਆ ਜੀ। ਬਹੁਤ ਛੋਟੀਆਂ ਛੋਟੀਆਂ ਡੈਫੀਨੇਸ਼ਨਸ ਆ। ਸੋ ਹੁਣ ਆਪਾਂ ਪੜ੍ਹਦੇ ਹਾਂ ਕਿ ਗੈਸ ਲॉज ਕੀ ਹੁੰਦੇ ਆ। ਦ ਰਿਲੇਸ਼ਨਸ਼ਿਪ ਬਿਟਵੀਨ ਐਨੀ ਟੂ ਫਿਜ਼ੀਕਲ ਕੁਆਂਟੀਟੀਜ਼ ਯੂਜ਼ ਟੂ specify the state of a gas keeping the third physical quantity constant। ਹੁਣ ਕਹਿੰਦੇ ਕਿਸੇ ਦੋ ਫਿਜ਼ੀਕਲ ਕੁਆਂਟੀਟੀਜ਼ ਨੂੰ ਅਸੀਂ ਵੇਰੀ ਕਰਨਾ। ਕਿਹੜੀਆਂ ਕੁਆਂਟੀਟੀਜ਼? ਅਸੀਂ ਹੁਣੇ ਪੜ੍ਹ ਕੇ ਹਟੇ ਆ ਪ੍ਰੈਸ਼ਰ, ਵੋਲੀਅਮ, ਟੈਂਪਰੇਚਰ। ਇਹ ਤਿੰਨ ਬੱਚੇ ਸਾਡੇ ਕੋਲ ਫਿਜ਼ੀਕਲ ਕੁਆਂਟੀਟੀਜ਼ ਆ। ਇਹਨਾਂ ਵਿੱਚੋਂ ਦੋ ਜਿਹੜੀਆਂ ਆ ਵੇਰੀ ਕਰਨਗੀਆਂ, ਤੀਸਰੀ ਨੂੰ ਅਸੀਂ ਕੀ ਕਰ ਦਿੱਤਾ? ਕੌਨਸਟੈਂਟ ਕਰ ਦਿੱਤਾ। ਜਾਂ V ਔਰ T ਜਿਹੜੀਆਂ ਆ ਵੇਰੀ ਕਰ ਰਹੀਆਂ ਆ ਤਾਂ P ਨੂੰ ਅਸੀਂ ਕੀ ਕਰ ਦਿੱਤਾ? ਕੌਨਸਟੈਂਟ। ਮਤਲਬ ਇੱਕ ਵੇਰੀਏਬਲ ਨੂੰ ਅਸੀਂ ਕੌਨਸਟੈਂਟ ਕਰ ਦਿਆਂਗੇ, ਬਾਕੀ ਜਿਹੜੀਆਂ ਦੋ ਆ ਉਹਦੇ ਨਾਲ ਜੋ ਅਸੀਂ ਰਿਲੇਸ਼ਨਸ਼ਿਪ ਬਣਾਵਾਂਗੇ ਉਹ ਤੁਹਾਡੇ ਗੈਸ ਲॉज ਬਣਦੇ ਆ। ਸੋ ਸਭ ਤੋਂ ਪਹਿਲਾ ਬੱਚੇ ਲਾਅ ਆ ਬੋਇਲਸ ਲਾਅ। ਇਟ ਸਟੇਟਸ ਦੈਟ ਅ ਗਿਵਨ ਮਾਸ ਆਫ ਅ ਆਈਡੀਅਲ ਗੈਸ ਐਟ ਕੌਨਸਟੈਂਟ ਟੈਂਪਰੇਚਰ। ਮਤਲਬ ਤੁਸੀਂ ਕੀ ਕਰਨ ਲੱਗਿਆ? ਟੈਂਪਰੇਚਰ ਨੂੰ ਕੌਨਸਟੈਂਟ ਕਰਨ ਲੱਗਿਆ। ਟੈਂਪਰੇਚਰ ਕੌਨਸਟੈਂਟ ਕਰ ਦਿੱਤਾ। ਦ ਵੋਲੀਅਮ ਆਫ ਦ ਗੈਸ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਦ ਪ੍ਰੈਸ਼ਰ। ਜਿਹੜਾ ਵੋਲੀਅਮ ਆ ਉਹ ਇਨਵਰਸਲੀ ਪ੍ਰਪੋਰਸ਼ਨਲ ਆ ਕਿਹਦੇ? ਪ੍ਰੈਸ਼ਰ ਦੇ। ਸੋ ਬੱਚੇ ਡਾਇਰੈਕਟਲੀ ਪ੍ਰਪੋਰਸ਼ਨ ਦਾ ਸਾਈਨ ਹਟਾ ਦਿਓ, ਇਹਦੀ ਜਗ੍ਹਾ 'ਤੇ ਆ ਜਾਏਗਾ ਕੋਈ ਨਾ ਕੋਈ ਕੌਨਸਟੈਂਟ ਡਿਵਾਈਡਡ ਬਾਈ P। ਸੋ P ਉੱਧਰ ਚਲਾ ਗਿਆ, ਆ ਗਿਆ ਸਾਡੇ ਕੋਲ PV ਇਜ਼ ਇਕੁਅਲਸ ਟੂ ਕੌਨਸਟੈਂਟ। ਇਸ ਟਾਈਮ ਸਾਡਾ ਕੌਨਸਟੈਂਟ ਕੌਣ ਆ ਰਾਜੇ? T। ਕੌਨਸਟੈਂਟ ਕੌਣ ਆ ਸਾਡਾ? ਟੈਂਪਰੇਚਰ। So where P and a V represents the pressure and a volume of the gas and a K is a constant whose value depends upon the mass of a gas and the temperature। ਸੋ ਬੱਚੇ ਇਹ ਇਸ ਤਰੀਕੇ ਨਾਲ ਜਿਹੜੇ ਤੁਹਾਡੇ ਰਿਲੇਸ਼ਨ ਆ ਉਹ ਵੀ ਪੁੱਛੇ ਜਾ ਸਕਦੇ ਆ ਕਿ ਬੋਇਲਸ ਲਾਅ ਕੀ ਹੁੰਦਾ ਆ। ਕਿ ਬੋਇਲਸ ਲਾਅ ਦਾ ਬੱਚੇ ਫਸਟ ਇਕੁਏਸ਼ਨ ਕੀ ਬਣ ਸਕਦੀ ਆ? P1 V1 ਇਜ਼ ਇਕੁਅਲਸ ਟੂ P2 V2। ਤਾਂ ਲਿਖਿਆ ਹੋਇਆ ਵੈਨ ਟੈਂਪਰੇਚਰ ਇਜ਼ ਕੌਨਸਟੈਂਟ। ਜਦੋਂ ਟੈਂਪਰੇਚਰ ਕੌਨਸਟੈਂਟ ਹੋਏਗਾ ਦਾ ਇਕੁਏਸ਼ਨ ਇਜ਼ ਯੂਜ਼ ਟੂ ਕੰਪੇਅਰ ਡਿਫਰੈਂਟ ਕੰਡੀਸ਼ਨਸ ਔਨ ਅ ਸੇਮ ਸੋਲਿਊਸ਼ਨ। ਸੇਮ ਸੋਲਿਊਸ਼ਨ ਦੇ ਵਿੱਚ ਜਦੋਂ ਕਹਿ ਲਓ ਕੋਈ ਵੀ ਅਸੀਂ ਇਕੁਏਸ਼ਨ ਬਣਾਉਂਦੇ ਹਾਂ, ਟੈਂਪਰੇਚਰ T ਕੌਨਸਟੈਂਟ ਕਰ ਦਿੰਦੇ ਹਾਂ, ਉਸ ਟਾਈਮ ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ P1 V1 ਇਜ਼ ਇਕੁਅਲਸ ਟੂ P2 V2। ਜਾਂ ਫਿਰ ਸੈਕਿੰਡ ਜਿਹੜਾ ਅਸੀਂ ਡੈਫੀਨੇਸ਼ਨ ਤੋਂ ਕੀਤਾ ਆ P ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ 1 ਡਿਵਾਈਡਡ ਬਾਈ V। ਜਾਂ V ਨੂੰ ਉੱਧਰ ਲੈ ਗਏ ਤਾਂ ਕੋਈ ਵੀ ਕੌਨਸਟੈਂਟ ਆ ਗਿਆ ਇਜ਼ ਇਕੁਅਲਸ ਟੂ K ਕੌਨਸਟੈਂਟ। ਕੌਨਸਟੈਂਟ ਤੁਹਾਡਾ ਕੀ ਆ? ਪ੍ਰਪੋਰਸ਼ਨੈਲਿਟੀ ਕੌਨਸਟੈਂਟ। ਕਲੀਅਰ ਹੋ ਗਿਆ ਜੀ। ਸੋ ਤਿੰਨ ਇਕੁਏਸ਼ਨਸ ਬਣਦੀਆਂ ਆ। ਅਗਰ ਅਸੀਂ ਇਹਨੂੰ ਡਾਇਗਰਾਮ ਦੇ ਨਾਲ ਸਮਝੀਏ ਤਾਂ ਕੀ ਹੁੰਦਾ ਆ? ਇੱਕ ਕੀ ਲਿੱਤਾ? ਬਿਕਰ ਲਿੱਤਾ, ਉਹਦੇ ਵਿੱਚ ਨੰਬਰ ਆਫ ਗੈਸ ਮੋਲੀਕਿਊਲਸ ਆ ਇਸ ਤਰੀਕੇ ਦੇ। ਪੁਸ਼ਿੰਗ ਵੈਲ ਇਨਕਰੀਜ਼ ਦ ਵੋਲੀਅਮ ਐਂਡ ਡਿਕਰੀਜ਼ ਦ ਪ੍ਰੈਸ਼ਰ। ਅਸੀਂ ਕੀ ਕੀਤਾ? ਵੋਲੀਅਮ ਨੂੰ ਇਨਕਰੀਜ਼ ਕਰ ਦਿੱਤਾ। ਹੁਣ ਦੇਖੋ ਦੋ ਵੇਰੀਏਬਲ ਚੇਂਜ ਹੋ ਰਿਹਾ, ਇੱਕ ਵੋਲੀਅਮ ਔਰ ਇੱਕ ਪ੍ਰੈਸ਼ਰ। ਅਸੀਂ ਕੀ ਕੀਤਾ? ਵੋਲੀਅਮ ਨੂੰ ਇਨਕਰੀਜ਼ ਕਰ ਦਿੱਤਾ, ਵੋਲੀਅਮ ਉੱਪਰ ਚਲਾ ਗਿਆ
ਔਰ ਪ੍ਰੈਸ਼ਰ ਕੀ ਹੋ ਗਿਆ, ਡਿਕਰੀਜ਼ ਹੋ ਗਿਆ। ਜੇ ਅਸੀਂ ਵੋਲੀਅਮ ਘਟਾ ਦਈਏ, ਨੀਚੇ ਲੈ ਜਾਈਏ, ਤਾਂ ਪ੍ਰੈਸ਼ਰ ਕੀ ਹੋ ਜਾਏਗਾ, ਇਨਕਰੀਜ਼ ਹੋ ਜਾਏਗਾ। ਕਲੀਅਰ ਹੋ ਗਿਆ? ਇਹਨੂੰ ਅਸੀਂ ਕਿਸ ਤਰੀਕੇ ਨਾਲ ਐਕਸਪਲੇਨ ਕਰ ਸਕਦੇ ਹਾਂ। Next is Charles law. It states that the volume of a given mass of an ideal gas at constant pressure। ਹੁਣ ਅਸੀਂ ਕੀ ਕੀਤਾ ਬੱਚੇ, ਇੱਥੇ ਪ੍ਰੈਸ਼ਰ ਕਨਸਟੈਂਟ ਕਰ ਦਿੱਤਾ। ਸਾਡੇ ਕੋਲ 3 ਵੇਰੀਏਬਲਸ ਸੀ, P, V ਐਂਡ T। ਅਸੀਂ ਇਸ ਕੇਸ ਦੇ ਵਿੱਚ ਕੀ ਕੀਤਾ, ਪ੍ਰੈਸ਼ਰ ਨੂੰ ਕਨਸਟੈਂਟ ਕਰ ਦਿੱਤਾ। ਵੋਲੀਅਮ ਔਰ ਟੈਂਪਰੇਚਰ ਦੇ ਨਾਲ ਜਿਹੜਾ ਆ ਅਸੀਂ ਆਪਣਾ ਗ੍ਰਾਫ ਜਾਂ ਆਪਣੀ ਜਿਹੜੀ ਆ ਪਲਾਟ ਕਰਾਂਗੇ। ਸੋ ਅਸੀਂ ਕੀ ਕਰ ਰਹੇ ਹਾਂ, ਵੋਲੀਅਮ ਨੂੰ ਚੇਂਜ ਕਰ ਰਹੇ ਹਾਂ ਵਿਦ ਰਿਸਪੈਕਟ ਟੂ ਟੈਂਪਰੇਚਰ। ਸੋ ਵੋਲੀਅਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਟੈਂਪਰੇਚਰ। ਸੋ ਮੈਥਮੈਟੀਕਲੀ ਕਿਸ ਤਰੀਕੇ ਨਾਲ ਲਿਖਾਂਗੇ, V ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ T। ਔਰ ਬੱਚੇ ਡਾਇਰੈਕਟਲੀ ਪ੍ਰੋਪੋਰਸ਼ਨ ਦਾ ਸਾਈਨ ਹਟਾਵਾਂਗੇ ਤੇ ਇਹਦੀ ਜਗ੍ਹਾ ਤੇ ਕੀ ਆ ਜਾਏਗਾ, ਕੌਨਸਟੈਂਟ। ਕੀ ਆ ਗਿਆ, ਕੌਨਸਟੈਂਟ ਮਲਟੀਪਲਾਈ ਬਾਈ T। ਸੋ ਆਹ ਵਾਲਾ T ਬੱਚੇ ਤੇ ਪੈਰਾਂ 'ਚ ਲੈ ਜਾਓ। ਸੋ ਸਾਡੇ ਕੋਲ ਫਾਈਨਲੀ ਕੀ ਆ ਜਾਏਗਾ, V/T ਇਜ਼ ਇਕੁਅਲਸ ਟੂ ਕੌਨਸਟੈਂਟ। ਇਹਦਾ ਮਤਲਬ ਜਦੋਂ ਅਸੀਂ ਇਹ ਬੱਚੇ ਦਾ ਗ੍ਰਾਫ ਪਲਾਟ ਕਰਾਂਗੇ, ਇੱਕ ਪਾਸੇ ਅਸੀਂ ਕੀ ਲਿੱਤਾ, ਟੈਂਪਰੇਚਰ, ਔਰ ਦੂਸਰੀ ਤਰਫ ਕੀ ਲਿੱਤਾ, ਵੋਲੀਅਮ। ਕਿਉਂਕਿ ਬੱਚੇ ਇਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਜਦੋਂ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ ਮਤਲਬ ਜਿੱਦਾਂ ਹੀ ਟੈਂਪਰੇਚਰ ਇਨਕਰੀਜ਼ ਕਰਾਂਗੇ, ਵੋਲੀਅਮ ਇਨਕਰੀਜ਼ ਹੋ ਜਾਏਗਾ। ਅਗੇਨ ਟੈਂਪਰੇਚਰ ਇਨਕਰੀਜ਼ ਕੀਤਾ, ਵੋਲੀਅਮ ਇਨਕਰੀਜ਼ ਹੋ ਗਿਆ। ਸੋ ਨੈਕਸਟ ਪੁਆਇੰਟ ਆ ਜਾਏਗਾ। ਸਿਮਿਲਰਲੀ ਇਸ ਤਰੀਕੇ ਨਾਲ, ਠੀਕ ਹੈ, ਤੁਹਾਡਾ ਬਿਲਕੁਲ ਸਟ੍ਰੇਟ ਜਿਹੜਾ ਗ੍ਰਾਫ ਬਣ ਜਾਏਗਾ। ਸੋ ਇਸ ਕੇਸ ਦੇ ਵਿੱਚ ਅਸੀਂ ਲਿਖ ਦਿੱਤਾ ਕਿ P ਤੁਹਾਡਾ ਕੀ ਆ, ਪ੍ਰੈਸ਼ਰ ਇਜ਼ ਅ ਕੌਨਸਟੈਂਟ ਟਰਮ। ਬੋਇਲਸ ਦੇ ਵਿੱਚ ਦੇਖ ਲਓ ਰਾਜੀ, ਗ੍ਰਾਫ ਕਿਸ ਤਰੀਕੇ ਨਾਲ ਹੈ, ਕਿਉਂਕਿ ਇੱਥੇ ਇਨਵਰਸਲੀ ਪ੍ਰੋਪੋਰਸ਼ਨਲ ਹੈ। ਇਹਦਾ ਮਤਲਬ ਅਗਰ ਪ੍ਰੈਸ਼ਰ ਮੈਕਸਿਮਮ ਹੋਏਗਾ ਤਾਂ ਵੋਲੀਅਮ ਅਗਰ ਮੈਕਸਿਮਮ ਹੋਏਗਾ ਤਾਂ ਪ੍ਰੈਸ਼ਰ ਕੀ ਹੋਏਗਾ, ਮਿਨੀਮਮ, ਕਿਉਂਕਿ ਇਨਵਰਸਲੀ ਪ੍ਰੋਪੋਰਸ਼ਨਲ ਸੀ। ਇਹਦਾ ਮਤਲਬ ਪ੍ਰੈਸ਼ਰ ਕੀ ਆ ਤੁਹਾਡਾ, ਮੈਕਸਿਮਮ, ਔਰ ਵੋਲੀਅਮ ਕੀ ਆ, ਮੈਕਸਿਮਮ, ਪ੍ਰੈਸ਼ਰ ਕੀ ਆ, ਮਿਨੀਮਮ। ਜਦੋਂ ਪ੍ਰੈਸ਼ਰ ਮੈਕਸਿਮਮ ਹੋਏਗਾ ਤਾਂ ਵੋਲੀਅਮ ਕੀ ਹੋਏਗਾ, ਤੁਹਾਡਾ ਮਿਨੀਮਮ ਹੋਏਗਾ। ਇਸ ਕਰਕੇ ਤੁਹਾਡਾ ਗ੍ਰਾਫ ਬਣਿਆ ਕਰਵਡ ਇਸ ਤਰੀਕੇ ਨਾਲ। ਸੋ ਬੱਚੇ ਇਕੁਏਸ਼ਨ ਕਿਸ ਤਰੀਕੇ ਨਾਲ ਲਿਖਾਂਗੇ, V/T ਇਜ਼ ਇਕੁਅਲ ਟੂ V2/T2, ਜਾਂ ਫਿਰ ਡਾਇਰੈਕਟਲੀ ਪ੍ਰੋਪੋਰਸ਼ਨ ਦੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ, V ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ T, ਜਾਂ ਫਿਰ T ਜਿਹੜਾ ਆ ਨੀਚੇ ਲੈ ਆਓ ਦੂਸਰੀ ਤਰਫ। ਸੋ V ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ T, ਔਰ T ਬੱਚੇ ਦੂਸਰੀ ਤਰਫ ਲੈ ਆਓ ਤਾਂ ਆ ਜਾਏਗਾ V/T ਇਜ਼ ਇਕੁਅਲ ਟੂ ਕੌਨਸਟੈਂਟ ਦੈਟ ਇਜ਼ K। ਸੋ ਬੇਸਿਕਲੀ ਇਹਨੂੰ 3 ਇਕੁਏਸ਼ਨਸ ਦੀ ਫਾਰਮ ਦੇ ਵਿੱਚ ਲਿਖਿਆ ਜਾ ਸਕਦਾ। ਅਗਰ ਡਾਇਗਰਾਮ ਦੇ ਨਾਲ ਸਮਝਣਾ ਹੋਵੇ ਤਾਂ ਧਿਆਨ ਨਾਲ ਦੇਖ ਲਓ ਰਾਜੇ। ਟੈਂਪਰੇਚਰ ਜਦੋਂ ਲੋ ਸੀ, ਠੀਕ ਹੈ, ਉਸ ਟਾਈਮ ਉਹਦਾ ਵੋਲੀਅਮ ਕਿੰਨਾ ਸੀ, ਇੰਨਾ। ਜਿੱਦਾਂ ਹੀ ਗੈਸ ਮੋਲੀਕਿਊਲਸ ਨੂੰ ਅਸੀਂ ਹੀਟ ਦੇਵਾਂਗੇ, ਡੈਫੀਨੇਟਲੀ ਜਿਹੜੇ ਤੇ ਗੈਸ ਮੋਲੀਕਿਊਲਸ ਹੋਣਗੇ ਉਹ ਦੂਰ ਦੂਰ ਚਲੇ ਜਾਣਗੇ। ਅਗਰ ਦੂਰ ਦੂਰ ਜਾਣਗੇ ਤਾਂ ਵੋਲੀਅਮ ਕੀ ਹੋ ਜਾਏਗਾ, ਇਨਕਰੀਜ਼। ਇਹਦਾ ਮਤਲਬ ਟੈਂਪਰੇਚਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਵੋਲੀਅਮ। ਕਲੀਅਰ ਹੋ ਗਿਆ ਰਾਜੀ? ਅਦਰਵਾਈਜ਼ ਤਾਂ ਡਾਇਗਰਾਮ ਬਣਾਉਣ ਦੀ ਜ਼ਰੂਰਤ ਨਹੀਂ ਆ, ਤੁਹਾਨੂੰ ਅੱਛੀ ਤਰੀਕੇ ਨਾਲ ਐਕਸਪਲੇਨ ਕਰਨ ਦੇ ਲਈ, ਤਾਂ ਕਿ ਤੁਹਾਨੂੰ ਅੱਛੇ ਤਰੀਕੇ ਨਾਲ ਸਮਝ ਲੱਗ ਜੇ। ਇਸ ਕਰਕੇ ਡਾਇਗਰਾਮ ਦੀ ਹੈਲਪ ਲੈ ਰਹੇ ਹਾਂ। ਅਦਰਵਾਈਜ਼ ਤੁਸੀਂ ਐਗਜ਼ਾਮ ਦੇ ਅੰਦਰ ਜਿਹੜੀ ਆ ਡਾਇਗਰਾਮ ਨਹੀਂ ਵੀ ਬਣਾ ਕੇ ਆਨੇ ਤਾਂ ਵੀ ਚੱਲੇਗਾ। Third law is Gay-Luss's law of pressure. It states that pressure of a given mass of an ideal gas at constant volume। ਹੁਣ ਅਸੀਂ ਕੀ ਕਰਨਾ ਰਾਜੇ, ਵੋਲੀਅਮ ਨੂੰ ਕਨਸਟੈਂਟ ਕਰ ਦੇਣਾ। P, V, T ਦੀ ਫਾਰਮ ਦੇ ਵਿੱਚ ਅਸੀਂ ਕੀ ਕਰਨਾ, V ਨੂੰ ਕੀ ਕਰ ਦਿੱਤਾ, ਕਨਸਟੈਂਟ ਕਰ ਦਿੱਤਾ। ਪ੍ਰੈਸ਼ਰ ਆਫ ਅ ਗੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਐਬਸੋਲਿਊਟ ਟੈਂਪਰੇਚਰ। ਜਿੱਦਾਂ ਜਿੱਦਾਂ ਤੁਸੀਂ ਪ੍ਰੈਸ਼ਰ ਇਨਕਰੀਜ਼ ਕਰੋਗੇ ਤਾਂ ਟੈਂਪਰੇਚਰ ਜਿਹੜਾ ਆ ਇਨਕਰੀਜ਼ ਕਰ ਜਾਏਗਾ। ਸੋ ਬੱਚੇ ਪ੍ਰੈਸ਼ਰ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ T। ਅਗਰ ਅਸੀਂ ਡਾਇਰੈਕਟਲੀ ਪ੍ਰੋਪੋਰਸ਼ਨ ਦਾ ਸਾਈਨ ਹਟਾ ਦਿੰਦੇ ਹਾਂ ਤਾਂ ਆ ਜਾਏਗਾ T ਇੰਟੂ ਕੌਨਸਟੈਂਟ। ਸੋ ਨੈਕਸਟ ਸਟੈਪ ਦੇ ਵਿੱਚ ਕੌਨਸਟੈਂਟ ਇੱਧਰ ਪਿਆ ਰਹਿਣ ਦਿਓ, T ਦੂਸਰੀ ਤਰਫ ਲੈ ਜਾਓ। ਸੋ P/T ਇਜ਼ ਇਕੁਅਲ ਟੂ ਕੌਨਸਟੈਂਟ ਆ ਜਾਏਗਾ। ਸੋ ਰਾਜੇ ਮੈਥਮੈਟੀਕਲ ਪੋਰਸ਼ਨ ਅਸੀਂ ਕਿਸ ਤਰੀਕੇ ਨਾਲ ਲਿਖ ਸਕਦੇ ਹਾਂ, P1/T1 ਇਜ਼ ਇਕੁਅਲ ਟੂ P2/V2। ਜਦੋਂ ਬੱਚੇ ਵੋਲੀਅਮ ਕਨਸਟੈਂਟ ਹੋਵੇ ਦੈਨ ਦਿਸ ਇਕੁਏਸ਼ਨ ਇਜ਼ ਯੂਜ਼ਡ ਟੂ ਕੰਪੇਅਰ ਡਿਫਰੈਂਟ ਕੰਡੀਸ਼ਨਸ ਔਨ ਦ ਸੇਮ ਸਬਸਟੈਂਸ। Second one is P is directly proportional to T। So pressure is directly proportional to ਕਿਹਦੇ ਆ ਜਾਏਗਾ, ਟੈਂਪਰੇਚਰ। ਅਗਰ ਟੈਂਪਰੇਚਰ ਦੂਸਰੀ ਤਰਫ ਲੈ ਜਾਵਾਂਗੇ ਤਾਂ K ਕੌਨਸਟੈਂਟ ਆ ਜਾਏਗਾ। ਸੋ ਸਾਡੇ ਕੋਲ 3 ਇਕੁਏਸ਼ਨਸ ਆ ਜਿਨ੍ਹਾਂ ਦੇ ਨਾਲ ਅਸੀਂ ਇਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਹੁਣ ਅਗਰ ਅਸੀਂ ਡਾਇਗਰਾਮ ਦੇ ਨਾਲ ਸਮਝੀਏ ਤਾਂ ਕੀ ਹੋਏਗਾ। ਫਸਟ ਦੇ ਵਿੱਚ ਦੇਖੋ ਰਾਜੇ, ਅਸੀਂ ਕੋਈ ਟੈਂਪਰੇਚਰ ਇਹਨੂੰ ਨਹੀਂ ਦਿੱਤਾ, ਕੋਈ ਵੀ ਟੈਂਪਰੇਚਰ ਨਹੀਂ ਦਿੱਤਾ, ਕੋਈ ਵੀ ਹੀਟ ਜਿਹੜੀ ਆ ਨੀਚੇ ਅਸੀਂ ਯੂਜ਼ ਨਹੀਂ ਕਰ ਰਹੇ, ਇੱਧਰ ਹੀਟ ਯੂਜ਼ ਕਰ ਰਹੇ ਹਾਂ। ਸੋ ਹੀਟ ਨਹੀਂ ਦਿੱਤੀ, ਇਹਦਾ ਮਤਲਬ ਗੈਸ ਮੋਲੀਕਿਊਲਸ ਕੀ ਹੋ ਰਿਹਾ, ਮੂਵ ਕਰ ਰਹੇ ਆ। ਸੋ ਪ੍ਰੈਸ਼ਰ ਜਿਹੜਾ ਆ P1 ਲੱਗ ਰਿਹਾ। ਸੈਕਿੰਡ ਕੇਸ ਦੇ ਵਿੱਚ ਕੀ ਕੀਤਾ, ਅਸੀਂ ਉਹਨੂੰ ਹੀਟ ਦੇ ਦਿੱਤੀ। ਜਿੱਦਾਂ ਹੀ ਹੀਟ ਦਿੱਤੀ, ਜਿਹੜੇ ਗੈਸ ਮੋਲੀਕਿਊਲਸ ਆ ਉਹ ਰੈਂਡਮਲੀ ਮੂਵ ਕਰਨੇ ਸਟਾਰਟ ਕਰ ਦੇਣਗੇ। ਜਦੋਂ ਰੈਂਡਮਲੀ ਮੂਵ ਕਰਨਗੇ ਤਾਂ ਪ੍ਰੈਸ਼ਰ ਇਨਕਰੀਜ਼ ਹੋ ਜਾਏਗਾ। ਇਹਦਾ ਮਤਲਬ ਟੈਂਪਰੇਚਰ ਇਨਕਰੀਜ਼ ਕਰਾਂਗੇ ਤਾਂ ਪ੍ਰੈਸ਼ਰ ਵੀ ਇਨਕਰੀਜ਼ ਹੋ ਜਾਏਗਾ। ਕਲੀਅਰ ਹੋ ਗਿਆ? ਸੋ ਬੱਚੇ ਡਾਇਗਰਾਮਸ ਦੇ ਨਾਲ ਅੱਛੀ ਤਰੀਕੇ ਨਾਲ ਆਪਣੀ ਨੋਟਬੁੱਕ ਦੇ ਉੱਤੇ ਬਣਾ ਜ਼ਰੂਰ ਲੈਣਾ, ਤਾਂ ਕਿ ਜਦੋਂ ਤੁਸੀਂ ਐਗਜ਼ਾਮ ਦੇ ਅੱਗੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਈਜ਼ੀਲੀ ਜਿਹੜਾ ਤੁਹਾਨੂੰ ਸਮਝ ਲੱਗ ਜਾਣਗੇ। Next definition is avocado number।
ਸੋ ਬੱਚੇ ਦਿਸ ਨੰਬਰ ਅਦਰਵਾਈਜ਼ ਤੁਸੀਂ ਇਹ ਕੈਮਿਸਟਰੀ ਦੇ ਵਿੱਚ ਬਹੁਤ ਅੱਛੀ ਤਰੀਕੇ ਨਾਲ ਪੜ੍ਹਿਆ ਹੋਏਗਾ। ਮੋਸਟ ਇੰਪੋਰਟੈਂਟ ਆ, ਐਜ਼ ਦ ਨੰਬਰ ਆਫ ਮੋਲੀਕਿਊਲਸ ਪ੍ਰੈਜ਼ੈਂਟ ਇਨ ਅ 1 ਮੋਲ ਆਫ ਅ ਸਬਸਟਾਂਸ, 1 ਮੋਲ ਆਫ ਸਬਸਟਾਂਸ ਦੇ ਵਿੱਚ ਕਿੰਨੇ ਨੰਬਰ ਆਫ ਮੋਲੀਕਿਊਲਸ ਪ੍ਰੈਜ਼ੈਂਟ ਆ, ਉਸ ਕੌਂਸਟੈਂਟ ਵੈਲਿਊ ਨੂੰ, ਇਟ ਇਜ਼ ਅ ਕੌਂਸਟੈਂਟ ਫॉर ਆਲ ਦ ਸਬਸਟਾਂਸ, ਸਾਰੇ ਸਬਸਟਾਂਸ ਦੇ ਲਈ ਇਹ ਕੌਂਸਟੈਂਟ ਹੁੰਦਾ ਜਿਹਦੀ ਵਿੱਚ ਸਟੈਂਡਰਡ ਵੈਲਿਊ ਆ ਦੈਟ ਇਜ਼ 6.023 ਇੰਟੂ 10⁻⁻23। ਸੋ ਵੈਲਿਊ ਨੂੰ ਅੱਛੇ ਤਰੀਕੇ ਨਾਲ ਲਰਨ ਕਰ ਲੈਣਾ ਰਾਜੇ, ਨੂਮੈਰੀਕਲਸ ਦੇ ਵਿੱਚ ਕੰਮ ਆਏਗਾ। ਦੈਨ ਰੀਅਲ ਗੈਸ ਕਿਹੜੀ ਆ? ਰੀਅਲ ਗੈਸ ਬੱਚੇ ਉਹ ਆ ਜਿਹੜੀ ਸਲਾਈਟਲੀ ਫਰੋਮ ਆਈਡੀਅਲ ਗੈਸ ਲਾਜ਼, ਬਿਕੋਜ਼ ਰੀਅਲ ਗੈਸ ਲਾਅ ਡਜ਼ ਨਾਟ ਅਟਰੈਕਟ ਐਨੀ ਅਦਰ। ਸੋ ਕਿਸੇ ਵੀ ਦੂਸਰੇ ਮੋਲੀਕਿਊਲ ਨੂੰ ਜਿਹੜਾ ਅਟਰੈਕਟ ਨਹੀਂ ਕਰਦਾ। ਰੀਅਲ ਗੈਸ ਮੋਲੀਕਿਊਲ ਆਕੂਪਾਈ ਅ ਫਾਈਨਾਈਟ ਵੋਲੀਅਮ, ਫਾਈਨਾਈਟ ਮਤਲਬ ਲਿਮਿਟਿਡ ਜੋ ਵੋਲੀਅਮ ਆ ਉਹਦੇ ਅੰਦਰ ਅੰਦਰ ਹੀ ਰਹਿੰਦੀ ਆ, ਸੋ ਉਹਨੂੰ ਅਸੀਂ ਰੀਅਲ ਗੈਸ ਬੋਲ ਦਿੰਦੇ ਹਾਂ। ਸੋ ਰਾਜੇ ਛੋਟੀ ਛੋਟੀ ਡੈਫੀਨੇਸ਼ਨਸ ਆ, ਐਵੋਕੈਡੋ ਨੰਬਰ ਹੋ ਗਿਆ, ਦੈਨ ਰੀਅਲ ਨੰਬਰਸ ਹੋ ਗਏ। ਸੋ ਇਹ 1 ਮਾਰਕਸ ਦੀਆਂ ਡੈਫੀਨੇਸ਼ਨਸ ਆ। ਨੈਕਸਟ ਆ ਜੋ ਡਿਫਾਈਨ ਮੀਨ ਵੈਲਿਊ, ਮੀਨ ਫ੍ਰੀ ਪਾਥ ਔਰ ਡਰਾਈਵ ਐਨ ਐਕਸਪ੍ਰੈਸ਼ਨ ਫॉर ਇਟ। ਅਦਰਵਾਈਜ਼ ਕਿਉਂਕਿ ਬੱਚੇ 2 ਮਾਰਕਸ ਦਾ ਕੁਐਸਚਨ ਆਏਗਾ, ਅਸੀਂ ਜ਼ਿਆਦਾ ਲੌਂਗ ਡੈਰੀਵੇਸ਼ਨ ਜਿਹੜੀ ਆ ਨਹੀਂ ਕਰਾਂਗੇ। ਬਾਕੀ ਤੁਸੀਂ ਆਪਣੀ ਕਲਾਸ ਇੰਚਾਰਜ ਨੂੰ ਲੈ ਕੇ ਦੇਖਣਾ ਆ ਕਿ ਤੁਹਾਡੇ ਜਿਹੜੇ ਕਲਾਸ ਟੀਚਰ ਆ ਉਹ ਤੁਹਾਨੂੰ ਕਿੰਨੀ ਕੁ ਜ਼ਿਆਦਾ ਡੈਰੀਵੇਸ਼ਨ ਕਰਵਾਉਂਦੇ ਆ। ਸੋ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਕਿ ਫ੍ਰੀ ਪਾਥ ਕੀ ਆ। The distance travel by a gas molecule between the two successive collision is known as a free path। ਹੁਣ ਮੰਨ ਲਓ ਸਾਡੇ ਪੂਰੀ ਸਕਰੀਨ ਦੇ ਉੱਪਰ ਕੀ ਆ, ਮੋਲੀਕਿਊਲਸ ਹੀ ਮੋਲੀਕਿਊਲਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੂਵ ਕਰ ਰਹੀ ਆ। ਹੁਣ ਆਹ ਵਾਲਾ ਮੋਲੀਕਿਊਲ ਨੇ ਟਰੈਵਲ ਕੀਤਾ ਇੱਥੇ ਤੱਕ, ਇਹਦਾ ਮਤਲਬ ਅਸੀਂ ਸਿਰਫ ਔਰ ਸਿਰਫ 2 ਮੋਲੀਕਿਊਲਸ ਦੀ ਗੱਲ ਕਰ ਰਹੇ ਹਾਂ। ਜਦੋਂ ਸਿਰਫ 2 ਗੈਸ ਮੋਲੀਕਿਊਲਸ ਦੀ ਗੱਲ ਕੀਤੀ ਜਾਵੇ, ਦੋਨਾਂ ਦੇ ਵਿਚਕਾਰਲੇ ਸਕਸੈਸਿਵਲੀ ਕੋਲੀਜਨ ਦੀ ਗੱਲ ਕੀਤੀ ਜਾਵੇ, ਉਹਨੂੰ ਅਸੀਂ ਬੋਲ ਦਿੰਦੇ ਹਾਂ ਫ੍ਰੀ ਪਾਥ, ਕਿਉਂਕਿ ਉਹ ਕੋਈ ਵੀ ਫ੍ਰੀ ਪਾਥ ਚੂਜ਼ ਕਰ ਸਕਦਾ ਸੀ। ਸੋ ਆਹ ਇੱਧਰ ਨੂੰ ਵੀ ਮੂਵ ਕਰ ਸਕਦਾ ਸੀ, ਜਾਂ ਫਿਰ ਆਹ ਦੋਨਾਂ ਦੀ ਫ੍ਰੀ ਪਾਥ ਦੀ ਗੱਲ ਕਰ ਸਕਦੇ ਹਾਂ, ਇੱਧਰ ਨੂੰ ਜਾ ਸਕਦਾ, ਉੱਧਰ ਨੂੰ, ਜਾਂ ਕਿੱਧਰ ਨੂੰ ਵੀ ਜਾ ਸਕਦਾ, ਰੈਂਡਮਲੀ ਕਿਸੇ ਪਾਸੇ ਨੂੰ ਵੀ ਮੂਵ ਕਰ ਸਕਦਾ। ਸੋ 2 ਸਕਸੈਸਿਵਲੀ ਕੋਲੀਜਨ ਦੇ ਵਿਚਕਾਰ ਜੋ ਡਿਸਟੈਂਸ ਹੋਏਗਾ ਦੈਟ ਇਜ਼ ਦ ਫ੍ਰੀ ਪਾਥ। ਨੈਕਸਟ ਆ ਜਾਓ ਮੀਨ ਫ੍ਰੀ ਪਾਥ। ਇਹਦਾ ਮਤਲਬ ਇੱਕ ਪਾਰਟੀਕਲ ਪਹਿਲਾਂ ਇੱਧਰ ਟਕਰਾਇਆ, ਫਿਰ ਇੱਥੋਂ ਟਕਰਾ ਕੇ ਇੱਧਰ ਨੂੰ ਚਲਾ ਗਿਆ, ਇੱਧਰੋਂ ਟਕਰਾਇਆ ਇੱਧਰ ਚਲਾ ਗਿਆ, ਇੱਧਰ ਚਲਾ ਗਿਆ। ਸੋ ਦੇਖ ਲਓ ਹਰ ਇੱਕ 2 ਸਕਸੈਸਿਵਲੀ ਕੋਲੀਜਨਸ ਹੋ ਰਹੀਆਂ 2 ਪੁਆਇੰਟਸ ਦੇ ਵਿਚਕਾਰ। ਅਗਰ ਅਸੀਂ ਰੈਂਡਮਲੀ ਪਾਥ ਦੇਖਿਆ ਜਾਵੇ ਤਾਂ ਉਹ ਕਿਸੇ ਵੱਲ ਨੂੰ ਵੀ ਮੂਵ ਕਰ ਸਕਦਾ। ਸੋ ਆਹ ਹੋ ਗਿਆ ਫਸਟ ਪਾਥ, λ1, ਦਿਸ ਇਜ਼ λ2, λ3, λ4, λ5 ਅਪ ਟੂ ਸੋ ਔਨ। ਇਹਦਾ ਮਤਲਬ ਰੈਂਡਮਲੀ ਜਿਹੜਾ ਆ ਗੈਸ ਮੋਲੀਕਿਊਲ ਮੂਵ ਕਰੀ ਜਾ ਰਿਹਾ ਤਾਂ ਨੰਬਰ ਆਫ ਸਕਸੈਸਿਵਲੀ ਕੋਲੀਜਨ ਆ। ਸੋ ਮੀਨ ਫ੍ਰੀ ਪਾਥ ਇਜ਼ ਦ ਐਵਰੇਜ ਡਿਸਟੈਂਸ ਬਿਟਵੀਨ ਦ 2 ਸਕਸੈਸਿਵ ਕੋਲੀਜਨ। ਸੋ ਉਹਨੂੰ ਅਸੀਂ ਕਹਿ ਦਿੰਦੇ ਆ ਮੀਨ ਫ੍ਰੀ ਪਾਥ, ਜਿਹਨੂੰ ਕਿ ਅਸੀਂ ਲੈਮਡਾ ਦੇ ਨਾਲ ਡਿਨੋਟ ਕੀਤਾ ਜਾਂਦਾ। ਸੋ ਲਿਖਾਂਗੇ ਕਿੱਦਾਂ, λ1 ਪਲੱਸ λ2, ਬੱਚੇ ਦੇ ਪੈਰ ਵਿੱਚ ਲਿਖਣਾ ਆ λ3 ਅਪ ਟੂ λn ਡਿਵਾਈਡਡ ਬਾਈ ਨੰਬਰ ਆਫ ਮੋਲੀਕਿਊਲਸ n। ਕਲੀਅਰ ਹੋ ਗਿਆ ਜੀ। ਆ ਹੋ ਗਿਆ ਤੁਹਾਡਾ ਮੀਨ ਫ੍ਰੀ ਪਾਥ ਦੀ ਛੋਟੀ ਜਿਹੀ ਡੈਰੀਵੇਸ਼ਨ ਜਾਂ ਮੈਥਮੈਟੀਕਲ ਪੋਰਸ਼ਨ। ਸੋ ਜ਼ਿਆਦਾ ਬੱਚੇ ਡੈਰੀਵੇਸ਼ਨ ਤੇ ਅਸੀਂ ਨਹੀਂ ਜਾਵਾਂਗੇ, ਸਿਰਫ ਇੰਨਾ ਹੀ ਪੋਰਸ਼ਨ ਜਿਹੜਾ ਅਸੀਂ ਕਰਾਂਗੇ। ਸੋ ਬੱਚੇ ਇਹ ਸੀ ਤੁਹਾਡੇ ਛੋਟੇ ਛੋਟੇ ਆਰਟੀਕਲਸ ਜੋ ਕਿ ਤੁਹਾਡੇ ਐਗਜ਼ਾਮ ਦੇ ਵਿੱਚ 1 ਜਾਂ 2 ਮਾਰਕਸ ਦੇ ਕੁਐਸਚਨ ਪੁੱਛੇ ਜਾ ਸਕਦੇ ਆ। ਸੋ ਅਗਰ ਮੀਨ ਫ੍ਰੀ ਪਾਥ ਆਉਂਦਾ ਤਾਂ ਬੱਚੇ 2 ਮਾਰਕਸ ਦਾ ਕੁਐਸਚਨ ਹੋਏਗਾ, ਮੀਨ ਫ੍ਰੀ ਪਾਥ 1 ਮਾਰਕਸ ਦਾ ਹੋ ਗਿਆ, ਫ੍ਰੀ ਪਾਥ 1 ਮਾਰਕਸ ਦਾ ਹੋ ਗਿਆ, ਛੋਟੀ ਜਿਹੀ ਮੈਥਮੈਟੀਕਲ ਪੋਰਸ਼ਨ, ਦੈਨ ਡਾਇਗਰਾਮ ਡਰਾ ਕਰ ਦੂੰਗੇ ਬੱਚੇ। 2 ਡਾਇਗਰਾਮਸ ਆ, ਦੋਨਾਂ ਦੇ ਵਿੱਚੋਂ ਕੋਈ ਇੱਕ ਡਾਇਗਰਾਮ ਵੀ ਡਰਾ ਕਰ ਦੂੰਗੇ ਤਾਂ ਚੱਲੇਗਾ। ਸੋ ਇੱਥੇ ਤੱਕ ਹੋ ਗਿਆ ਬੱਚੇ ਤੁਹਾਡੇ ਅੱਜ ਦਾ ਪੂਰਾ ਚੈਪਟਰ। ਸੋ ਕੱਲ੍ਹ ਆਪਾਂ ਚੱਲਾਂਗੇ ਨੈਕਸਟ ਟੌਪਿਕ ਦੇ ਉੱਤੇ, ਕਾਇਨੈਟਿਕ ਥਿਊਰੀ ਆਫ ਗੈਸਿਸ, ਦੈਨ ਉਹਦੇ ਲੌਜ਼ ਬਾਰੇ ਪੜ੍ਹਾਂਗੇ। ਸੋ ਇੱਥੇ ਤੱਕ ਅਗਰ ਤੁਹਾਨੂੰ ਅੱਛੀ ਤਰੀਕੇ ਨਾਲ ਸਮਝ ਲੱਗ ਗਿਆ ਹੋਵੇ ਤਾਂ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਕਰ ਜੋ, ਮੈਕਸਿਮਮ ਸ਼ੇਅਰ ਕਰ ਜੋ, ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ।